प्यारे विद्यार्थियों, अज आपां चर्चा करांगे छंद बारे। ਪ੍ਰੀਖਿਆ ਵਿੱਚ ਤੁਹਾਨੂੰ ਛੰਦ ਦੀਆਂ ਦੋ ਕਿਸਮਾਂ ਦੇ ਕੇ ਕਿਸੇ ਇੱਕ ਕਿਸਮ ਤੇ ਨੋਟ ਲਿਖਣ ਲਈ ਕਿਹਾ ਜਾਵੇਗਾ ਤੇ ਇਹ ਨੋਟ ਕੁੱਲ 4 ਅੰਕਾਂ ਦਾ ਹੋਵੇਗਾ। ਪ੍ਰਾਤਨ ਕਾਲ ਤੋਂ ਹੀ ਛੰਦ ਨੂੰ ਕਵਿਤਾ ਦਾ ਜ਼ਰੂਰੀ ਤੱਤ ਮੰਨਿਆ ਗਿਆ ਹੈ। ਸਾਡੇ ਪ੍ਰਾਤਨ ਕਾਲ ਤੇ ਮੱਧ ਕਾਲ ਵਿੱਚ ਛੰਦ ਤੋਂ ਬਿਨਾਂ ਕਵਿਤਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਪੁਰਾਤਨ ਕਾਲ ਦੀ ਲਗਭਗ ਸਾਰੀ ਕਾਵਿ ਰਚਨਾ ਛੰਦਾਬੰਦੀ ਦੇ ਵਿੱਚ ਹੀ ਹੁੰਦੀ ਸੀ। ਅੱਜ ਕੱਲ੍ਹ ਭਾਵੇਂ ਛੰਦ ਤੋਂ ਬਗੈਰ ਖੁੱਲ੍ਹੀ ਕਵਿਤਾ ਜਾਂ ਛੰਦ ਮੁਕਤ ਕਵਿਤਾ ਦਾ ਰਿਵਾਜ ਪੈ ਗਿਆ ਹੈ, ਪਰ ਖੁੱਲ੍ਹੀ ਕਵਿਤਾ ਵਿੱਚ ਵੀ ਵਜਨ, ਤੋਲ, ਵਿਸ਼ਰਾਮ, ਲੈ ਆਦਿ ਦਾ ਜਿਹੜਾ ਖਿਆਲ ਹੈ ਰੱਖਿਆ ਜਾਂਦਾ ਹੈ ਅਤੇ ਇਹ ਜਿਹੜੇ ਛੰਦ ਦੇ ਗੁਣ ਅੱਜ ਵੀ ਕਵਿਤਾ ਦੇ ਵਿੱਚ ਪ੍ਰਾਪਤ ਹੁੰਦੇ ਹਨ, ਭਾਵੇਂ ਉਹਨਾਂ ਨੂੰ ਕਿਸੇ ਛੰਦ ਦਾ ਨਾਮ ਨਹੀਂ ਦਿੱਤਾ ਜਾਂਦਾ। ਇਸ ਲਈ ਛੰਦ ਮੁਕਤ ਜਾਂ ਮੁਕਤ ਛੰਦ ਕਵਿਤਾ ਵੀ ਛੰਦ ਦੇ ਪ੍ਰਭਾਵ ਤੋਂ ਬਿਲਕੁਲ ਮੁਕਤ ਨਹੀਂ ਹੁੰਦੀ। ਛੰਦ ਬਾਰੇ ਦੁਨੀਆ ਦੇ ਹਰੇਕ ਭਾਸ਼ਾ ਦੇ ਸਾਹਿਤ ਵਿੱਚ ਚਰਚਾ ਹੁੰਦੀ ਆ ਰਹੀ ਹੈ। ਭਾਰਤ ਵਿੱਚ ਛੰਦ ਬਹੁਤ ਮਹੱਤਵਪੂਰਨ ਅਤੇ ਜ਼ਰੂਰੀ ਵਿੱਦਿਆ ਸੀ, ਜਿਸ ਨੂੰ ਉਦੋਂ ਛੰਦ ਸ਼ਾਸਤਰ ਦਾ ਨਾਂ ਦਿੱਤਾ ਜਾਂਦਾ ਸੀ। ਸੰਸਕ੍ਰਿਤ ਦੇ ਇੱਕ ਪ੍ਰਸਿੱਧ ਵਿਦਵਾਨ ਹੋਏ ਨੇ ਪਿੰਗਲ ਰਿਸ਼ੀ। ਉਹਨਾਂ ਨੇ ਸੰਸਕ੍ਰਿਤ ਦੇ ਛੰਦਾਂ ਦੇ ਨਿਯਮਾਂ ਦਾ ਵਰਣਨ ਆਪਣੇ ਗ੍ਰੰਥ ਛੰਦ ਸੂਤਰ ਵਿੱਚ ਕੀਤਾ ਹੈ। ਕਈ ਵਾਰੀ ਛੋਟਾ ਪ੍ਰਸ਼ਨ ਆ ਜਾਂਦਾ, ਤੁਹਾਨੂੰ ਪਿੰਗਲ ਰਿਸ਼ੀ ਦੁਆਰਾ ਰਚੇ ਜਿਹੜੇ ਗ੍ਰੰਥ ਦਾ ਨਾਮ ਦੱਸੋ, ਤਾਂ ਉੱਤਰ ਕੀ ਹੈ? ਛੰਦ ਸੂਤਰ। ਪਿੰਗਲ ਰਿਸ਼ੀ ਦੀ ਰਚਨਾ ਹੋਣ ਕਾਰਨ ਛੰਦ ਸ਼ਾਸਤਰ ਨੂੰ ਪਿੰਗਲ ਹੀ ਕਹਿ ਦਿੱਤਾ ਜਾਂਦਾ ਹੈ, ਕਿਉਂਕਿ ਪਿੰਗਲ ਰਿਸ਼ੀ ਨੇ ਛੰਦ ਸ਼ਾਸਤਰ ਦੀ ਰਚਨਾ ਕੀਤੀ, ਇਸ ਲਈ ਛੰਦ ਨੂੰ ਪਿੰਗਲ ਹੀ ਕਿਹਾ ਜਾਣ ਲੱਗ ਪਿਆ। ਜਿਵੇਂ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ, ਪਿੰਗਲਵਾਜ ਕਵਿਸ਼ਰੀ ਗੀਤਾਵਾਜ ਗਿਆਨ। ਇਹ ਜਿਹੜੀ ਕਹਾਵਤ ਦਰਸਾਉਂਦੀ ਹੈ ਕਿ ਕਵਿਤਾ ਦੇ ਲਈ ਜਿਹੜਾ ਛੰਦ ਕਿੰਨਾ ਜ਼ਰੂਰੀ ਹੈ। ਕਹਿੰਦੇ ਕਿ ਪਿੰਗਲਵਾਜ ਕਵਿਸ਼ਰੀ ਗੀਤਾਵਾਜ ਗਿਆਨ, ਵੀ ਜਿਸ ਤਰ੍ਹਾਂ ਮਨੁੱਖ ਨੂੰ ਗੀਤਾ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ, ਉਸ ਤਰ੍ਹਾਂ ਜਿਸ ਕਵੀ ਨੂੰ ਪਿੰਗਲ ਦਾ ਗਿਆਨ ਨਹੀਂ, ਭਾਵ ਛੰਦ ਦਾ ਗਿਆਨ ਨਹੀਂ, ਉਹ ਤੋਂ ਜਿਹੜੀ ਚੰਗੀ ਕਵਿਸਰੀ ਦੀ ਸਿਰਜਣਾ ਦੀ ਆਸ ਨਹੀਂ ਕੀਤੀ ਜਾ ਸਕਦੀ। ਕਵਿਤਾ ਦੇ ਵਿੱਚ ਜਿਹੜੀ ਛੰਦ ਦੀ ਬੜੀ ਲੋੜ ਹੁੰਦੀ ਹੈ। ਕਵਿਤਾ ਨੂੰ ਕੀ ਕਿਹਾ ਜਾਂਦਾ ਹੈ? ਕੋਮਲ ਕਲਾ ਜਾਂ ਲਲਿਤ ਕਲਾ ਜਿਹੜਾ ਆਖਿਆ ਜਾਂਦਾ ਹੈ। ਕੋਮਲ ਕਲਾ ਹੋਣ ਦੇ ਨਾਤੇ ਕਵਿਤਾ ਦੇ ਪ੍ਰਭਾਵ ਤੇ ਸੁਹਜ ਨੂੰ ਪੈਦਾ ਕਰਨ ਲਈ ਇਸ ਵਿੱਚ ਕਈ ਤਰ੍ਹਾਂ ਦੇ ਜਿਹੜੇ ਜੁਗਤਾਂ ਦੇ ਢੰਗ ਹੈ ਜਿਹੜੇ ਉਹ ਵਰਤੇ ਜਾਂਦੇ, ਜਿਵੇਂ ਅਲੰਕਾਰ, ਚਿੰਨ੍ਹ, ਬਿੰਬ ਆਦਿ। ਪਰ ਛੰਦ ਦੀ ਜੁਗਤ ਹੈ ਜਿਹੜੀ ਸਭ ਤੋਂ ਵੱਧ ਜਿਹੜੀ ਪ੍ਰਭਾਵਸ਼ਾਲੀ ਜੁਗਤ ਹੈ। ਇਹਦੇ ਜਿਹੜੇ ਬਹੁਤ ਸਾਰੇ ਲਾਭ ਨੇ, ਆਪਾਂ ਦੇਖਦੇ ਹਾਂ। ਇਹ ਜਿਹੜੇ ਛੰਦ ਹੈ ਇਹ ਕਵਿਤਾ ਦੇ ਭਾਵਾਂ ਦੇ ਖਿਆਲਾਂ ਨੂੰ ਤਿੱਖਾ ਕਰਦੇ ਹਨ। ਇਹ ਕਵਿਤਾ ਵਿੱਚ ਭਾਵਾਂ ਦੇ ਖਿਆਲਾਂ ਨੂੰ ਇੱਕ ਲੜੀ ਵਿੱਚ ਪਰੋਂਦੇ ਹਨ, ਕਵਿਤਾ ਨੂੰ ਸੱਜਰਾਪਨ ਤੇ ਤਾਜ਼ਗੀ ਬਖਸ਼ਦੇ ਹਨ। ਇਹ ਕਵਿਤਾ ਨੂੰ ਰਸਮਈ ਅਤੇ ਰਾਗਬੱਧ ਕਰਦੇ ਹਨ ਤੇ ਇਸ ਤਰ੍ਹਾਂ ਕਵਿਤਾ ਦੇ ਸਮੁੱਚੇ ਪ੍ਰਭਾਵ ਵਿੱਚ ਵਾਧਾ ਕਰਦੇ ਹਨ ਅਤੇ ਕਵੀ ਤੇ ਪਾਠਕ ਦੇ ਵਿੱਚ ਜਿਹੜਾ ਸੁਖਾਵਾਂ ਰਿਸ਼ਤਾ ਉਹ ਕਾਇਮ ਕਰਦੇ ਹਨ। ਹੁਣ ਆਪਾਂ ਗੱਲ ਕਰਦੇ ਹਾਂ ਕਿ ਛੰਦ ਹੈ ਕੀ। ਪਹਿਲਾਂ ਆਪਾਂ ਛੰਦ ਦਾ ਜਿਹੜਾ ਮਹੱਤਵ ਪੜ੍ਹਿਆ ਕਿ ਪ੍ਰਾਤਨ ਕਾਲ ਤੋਂ ਹੀ ਇਹ ਜਿਹੜਾ ਕਵਿਤਾ ਦਾ ਜ਼ਰੂਰੀ ਤੱਤ ਹੈ। ਛੰਦ ਬਾਰੇ ਜਿਹੜੇ ਕਈ ਤਰ੍ਹਾਂ ਦੇ ਵਿਚਾਰ ਮਿਲਦੇ ਹਨ। ਕਈ ਵਿਦਵਾਨ ਕਹਿੰਦੇ ਕਿ ਛੰਦ ਤੁਕਾਂਤ ਦਾ ਸਹੀ ਮੇਲ ਹੈ। ਕਈ ਵਿਦਵਾਨ ਅੱਖਰਾਂ ਜਾਂ ਵਰਨਾਂ ਦੀ ਖਾਸ ਗਿਣਤੀ ਉੱਤੇ ਜ਼ੋਰ ਦਿੰਦੇ ਹਨ ਅਤੇ ਕਈ ਆਲੋਚਕ ਲੈਅ ਤਾਲ ਨੂੰ ਹੀ ਛੰਦ ਦੇ ਜਿਹੜੇ ਬੁਨਿਆਦੀ ਲੱਛਣ ਮੰਨਦੇ ਹਨ। ਪਰੰਤੂ ਜੇ ਗੌਰ ਨਾਲ ਦੇਖੀਏ ਤਾਂ ਸਪਸ਼ਟ ਹੁੰਦਾ ਹੈ ਕਿ ਇਹ ਸਾਰੀਆਂ ਹੀ ਵਿਸ਼ੇਸ਼ਤਾਵਾਂ ਦਾ ਸਮੁੱਚਾ ਰੂਪ ਹੀ ਛੰਦ ਹੈ। ਤਾਂ ਕਿਹਾ ਜਾ ਸਕਦਾ ਹੈ ਕਿ ਕਵਿਤਾ ਵਿੱਚ ਮਾਤਰਾ ਜਾਂ ਵਰਨਾਂ ਦੀ ਖਾਸ ਵਿਉਂਤ ਨਾਲ ਜੋ ਸੁਰ, ਤਾਲ ਤੇ ਤੁਕਾਂਤ ਮੇਲ ਹੁੰਦਾ ਹੈ ਉਹ ਛੰਦ ਹੈ। ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਆਧੁਨਿਕ ਕਾਲ ਦੇ ਵਿੱਚ ਜਿਹੜੀ ਮੁਕਤ ਛੰਦ ਕਵਿਤਾ ਲਿਖਣ ਦਾ ਰਿਵਾਜ ਜਿਹੜਾ ਵੱਧ ਗਿਆ ਹੈ। ਨਿਰਸੰਦੇਹ ਕਵਿਤਾ ਹੁਣ ਛੰਦ ਮੁਕਤ ਵੀ ਹੋ ਸਕਦੀ ਹੈ ਤੇ ਛੰਦ ਯੁਕਤ ਵੀ, ਪਰੰਤੂ ਕਵਿਤਾ ਵਿੱਚ ਛੰਦ ਦਾ ਮਹੱਤਵ ਜਿਹੜਾ ਬਣਿਆ ਹੋਇਆ ਹੈ ਤੇ ਹਮੇਸ਼ਾ ਬਣਿਆ ਰਹੇਗਾ। ਹੁਣ ਆਪਾਂ ਛੰਦ ਨਾਲ ਸੰਬੰਧਿਤ ਕੁਝ ਜਿਹੜੇ ਪਰਿਭਾਸ਼ਿਕ ਸ਼ਬਦ ਹੈ ਉਹਨਾਂ ਬਾਰੇ ਜਿਹੜੀ ਚਰਚਾ ਕਰਦੇ ਹਾਂ। ਪਹਿਲਾ ਹੈ ਵਰਨ। ਵਰਨ ਕਿਹਨੂੰ ਕਹਿੰਦੇ ਨੇ? ਛੰਦਾਬੰਦੀ ਵਿੱਚ ਗੁਰਮੁਖੀ ਵਰਨਮਾਲਾ ਦੇ ਹਰ ਅੱਖਰ ਨੂੰ ਵਰਨ ਕਿਹਾ ਜਾਂਦਾ ਹੈ। ਜਿਵੇਂ ਇਹ ਲਿਖਿਆ ਕੱਕਾ, ਖੱਖਾ, ਗੱਗਾ, ਘੱਗਾ, ਚੱਚਾ, ਛੱਛਾ, ਬੱਬਾ, ਪੱਬਾ ਆਦਿ। ਇਸ ਤਰ੍ਹਾਂ ਆਮ ਲਿਖਣ ਵੇਲੇ, ਆਮ ਬੋਲਣ ਵੇਲੇ ਤਾਂ ਆਪਾਂ ਇਹਨਾਂ ਸ਼ਬਦਾਂ ਨੂੰ ਅੱਖਰ ਕਹਿ ਦਿੰਦੇ ਹਾਂ, ਪਰ ਜਦੋਂ ਛੰਦਾਬੰਦੀ ਦੀ ਗੱਲ ਕੀਤੀ ਜਾਂਦੀ ਹੈ ਤੇ ਇਹਨਾਂ ਅੱਖਰਾਂ ਨੂੰ ਵਰਨ ਕਿਹਾ ਜਾਂਦਾ ਹੈ। ਇਸ ਤੋਂ ਅੱਗੇ ਲਗਾਂ। ਲਗਾਂ ਸਵਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ
ਲਿਪੀ ਚੰਨਨ ਗੁਰਮੁਖੀ ਵਰਨਮਾਲਾ ਦੇ ਅੱਖਰਾਂ ਨਾਲ ਲਗਾ ਜਿਹੜੀਆਂ ਉਹ ਲੱਗਦੀਆਂ ਹਨ। ਅੱਖਰਾਂ ਤੋਂ ਬਿਨਾਂ ਜਿਹੜਾ ਇਹਨਾਂ ਦਾ ਪ੍ਰਯੋਗ ਆ ਉਹ ਨਹੀਂ ਹੁੰਦਾ। ਤੇ ਕਿਹੜੀਆਂ ਲਗਾ ਲੱਗਦੀਆਂ ਉਹਨਾਂ ਦਾ ਵੇਰਵਾ ਜਿਹੜਾ ਇਹ ਦਿੱਤਾ ਹੋਇਆ ਹੈ। ਮੁਕਤਾ, ਕੰਨਾ, ਸਿਆਰੀ, ਵਿਆਰੀ, ਔਂਕੜ, ਦਲੈਂਕੜ, ਲਾਂ, ਦੁਲਾਮਾ, ਹੂੜਾ, ਕਨੌੜਾ, ਟਿੱਪੀ, ਬਿੰਦੀ, ਅਦਕ। ਮੁਕਤਾ ਸਵਰ ਧੁਨੀ ਨੂੰ ਕਹਿੰਦੇ ਹਨ, ਪਰ ਇਸ ਦਾ ਕੋਈ ਚਿੰਨ੍ਹ ਨਹੀਂ ਹੈ। ਪੰਜਾਬੀ ਲਿਖਣ ਵੇਲੇ ਜਿਹੜੇ ਅੱਖਰ ਨੂੰ ਕੋਈ ਲਗ ਨਹੀਂ ਲੱਗਦੀ ਉਹਨਾਂ ਨੂੰ ਮੁਕਤਾ ਵਾਲੇ ਅੱਖਰ ਮੰਨਿਆ ਜਾਂਦਾ ਹੈ। ਅਜਿਹੇ ਅੱਖਰਾਂ ਵਿੱਚ ਅ ਦੀ ਜਿਹੜੀ ਆਵਾਜ਼ ਆ ਉਹ ਸ਼ਾਮਲ ਸਮਝੀ ਜਾਂਦੀ ਹੈ। ਜਿਵੇਂ ਚ ਅ ਦੀ ਆਵਾਜ਼ ਆਉਂਦੀ ਹੈ, ਰ ਅ ਨ ਅ ਦੀ ਆਵਾਜ਼ ਆਉਂਦੀ ਹੈ। ਇਹ ਜਿਹੜੇ ਮੁਕਤ ਅੱਖਰ ਹੈ, ਭਾਵ ਉਹ ਅੱਖਰ ਜਿਨ੍ਹਾਂ ਨਾਲ ਕੋਈ ਵੀ ਜਿਹੜੀ ਲਗ ਨਹੀਂ ਲੱਗਦੀ ਉਹਨੂੰ ਆਪਾਂ ਕੀ ਕਹਿੰਦੇ ਆ, ਮੁਕਤ ਅੱਖਰ ਕਿਹਾ ਜਾਂਦਾ ਹੈ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਮਾਤਰਾ ਵਾਲੀ। ਕਹਿੰਦੇ ਕਿਸੇ ਵਰਨ ਅੱਖਰ ਦਾ ਉਚਾਰਨ ਕਰਨ ਸਮੇਂ ਜਿਹੜਾ ਸਮਾਂ ਲੱਗਦਾ ਉਸਨੂੰ ਮਾਤਰਾ ਆਖਿਆ ਜਾਂਦਾ ਹੈ। ਛੰਦਾਬੰਦੀ ਵਿੱਚ ਅੱਖਰਾਂ ਦੇ ਮਾਤਰਾਵਾਂ ਦੀ ਗਿਣਤੀ ਕੀਤੀ ਜਾਂਦੀ ਹੈ। ਮਾਤਰਾ ਦੋ ਕਿਸਮ ਦੀਆਂ, ਲਘੂ ਤੇ ਗੁਰੂ। ਲਘੂ ਦਾ ਅਰਥ ਹੈ ਛੋਟੀ ਤੇ ਗੁਰੂ ਦਾ ਅਰਥ ਹੈ ਵੱਡੀ, ਭਾਵ ਜਿਸ ਵਰਨ ਦੇ ਉਚਾਰਨ ਸਮੇਂ ਸਾਨੂੰ ਥੋੜਾ ਸਮਾਂ ਲੱਗਦਾ ਹੈ ਉਹਨੂੰ ਆਪਾਂ ਲਘੂ ਵਰਨ ਕਹਿੰਦੇ ਆ, ਤੇ ਜਿਹਦੇ ਉਚਾਰਨ ਸਮੇਂ ਸਾਨੂੰ ਜ਼ਿਆਦਾ ਸਮਾਂ ਲੱਗਦਾ ਹੈ ਉਹਨੂੰ ਆਪਾਂ ਗੁਰੂ ਵਰਨ ਕਹਿੰਦੇ ਆ। ਗੁਰਮੁਖੀ ਦੇ ਮੁਕਤ ਅੱਖਰਾਂ ਤੇ ਲਗਾ ਵਾਲੇ ਅੱਖਰਾਂ ਦੀਆਂ ਮਾਤਰਾਵਾਂ ਗਿਣੀਆਂ ਜਾਂਦੀਆਂ ਹਨ। ਲਘੂ ਵਰਨ ਦੀ ਇੱਕ ਮਾਤਰਾ ਹੁੰਦੀ ਹੈ ਤੇ ਗੁਰੂ ਵਰਨ ਦੀਆਂ ਦੋ ਮਾਤਰਾ ਜਿਹੜੀਆਂ ਉਹ ਮੰਨੀਆਂ ਜਾਂਦੀਆਂ। ਹੁਣ ਆਪਾਂ ਨੂੰ ਲਘੂ ਵਰਨ ਦਿੱਤੇ ਆ, ਦੇਖੋ ਆਪਾਂ ਕੀ ਪੜ੍ਹਿਆ ਕਿ ਲਘੂ ਵਰਨ ਨੂੰ ਉਚਾਰਨ ਸਮੇਂ ਥੋੜਾ ਸਮਾਂ ਲੱਗਦਾ। ਹੁਣ ਜਿਵੇਂ ਮੁਕਤ ਅੱਖਰ ਹੈ, ਇਹਨੂੰ ਆਪਾਂ ਉਚਾਰਾਂਗੇ ਕ, ਖ, ਗ, ਚ। ਇਸ ਤਰ੍ਹਾਂ ਕੇ, ਖੇ, ਗੇ, ਚੇ। ਔਂਕੜ ਵਾਲੇ ਅੱਖਰਾਂ ਨੂੰ ਕੁ, ਖੁ, ਗੁ, ਚੁ। ਇਹਨਾਂ ਨੂੰ ਉਚਾਰਨ ਤੇ ਆਪਾਂ ਨੂੰ ਥੋੜਾ ਸਮਾਂ ਲੱਗਦਾ। ਤੇ ਲਘੂ ਵਰਨ ਨੂੰ ਚਿੰਨ੍ਹਿਤ ਕਰਨ ਦੇ ਲਈ ਇਸ ਤਰ੍ਹਾਂ ਇੱਕ ਸਿੱਧੀ ਰੇਖਾ ਦਾ ਜਿਹੜਾ ਚਿੰਨ੍ਹ ਉਹ ਵਰਤਿਆ ਜਾਂਦਾ ਹੈ। ਇਹ ਆਪਾਂ ਨੂੰ ਦੱਸਿਆ ਹੋਇਆ, ਜਿਵੇਂ ਕਰ ਸ਼ਬਦ ਹੈ, ਕਰ ਸ਼ਬਦ ਇੱਥੇ ਦਿੱਤਾ ਹੋਇਆ, ਇਹ ਦੋਨੋਂ ਮੁਕਤ ਹੈ। ਮੁਕਤ ਆਪਾਂ ਪੜ੍ਹਿਆ ਕਿ ਲਘੂ ਵਰਨ ਹੈ, ਇਹਨੂੰ ਆਪਾਂ ਇਸ ਚਿੰਨ੍ਹ ਨਾਲ ਦਰਸਾਵਾਂਗੇ। ਇੱਕ ਲਘੂ ਵਰਨ ਦੀ ਇੱਕ ਮਾਤਰਾ ਹੁੰਦੀ ਹੈ ਤੇ ਇਹਦੇ ਵਿੱਚ ਫਿਰ ਕੁੱਲ ਕਿੰਨੀਆਂ ਮਾਤਰਾ ਹੋ ਗਈਆਂ, ਦੋ ਮਾਤਰਾ ਜਿਹੜੀਆਂ ਉਹ ਆਪਣੇ ਕੋਲੇ ਹੋ ਗਈਆਂ। ਇਸ ਤਰ੍ਹਾਂ ਸੋਹਜ ਦੇ ਵਿੱਚ ਇੱਕ ਲਘੂ ਵਰਨ ਹੈ, ਹਾ ਤੇ ਜੱਚਾ ਮੁਕਤ ਹੈ, ਇਸ ਕਰਕੇ ਇਹ ਵੀ ਲਘੂ ਵਰਨ ਹੈ। ਕੁੱਲ ਤਿੰਨ ਲਘੂ ਵਰਨ ਹੋ ਗਏ, ਤਾਂ ਤਿੰਨ ਜਿਹੜੀਆਂ ਇਹਦੇ ਵਿੱਚ ਮਾਤਰਾ ਜਿਹੜੀਆਂ ਉਹ ਆਪਣੇ ਕੋਲੇ ਹਨ। ਅੱਗੇ ਸਿਰ ਹੈ, ਸੱਸੇ ਸਿਆਰੀ ਆਪਾਂ ਨੂੰ ਪਤਾ ਲਘੂ ਹੈ, ਰਾਰਾ ਮੁਕਤਾ ਹੋਣ ਕਰਕੇ ਲਘੂ, ਦੋ ਲਘੂ ਨੇ ਤਾਂ ਇਹਦੇ ਵਿੱਚ ਦੋ ਮਾਤਰਾ। ਇਸ ਸ਼ਬਦ ਦੇ ਵਿੱਚ ਕਿੰਨੀਆਂ ਮਾਤਰਾ ਹੈ, ਦੋ ਮਾਤਰਾ। ਸੁਰੱਖਿਅਤ ਦੇ ਵਿੱਚ ਔਂਕੜ ਵਾਲਾ ਇਹ ਵੀ ਲਘੂ ਹੈ, ਰਾਰਾ ਮੁਕਤਾ ਹੈ, ਸਿਆਰੀ ਵਾਲਾ ਸ਼ਬਦ ਵੀ ਲਘੂ ਹੈ, ਇਹ ਮੁਕਤੇ, ਇਹ ਮੁਕਤੇ, ਇਹ ਸਾਰੇ ਲਘੂ ਨੇ, ਪੰਜ ਲਘੂ ਨੇ। ਤੇ ਇਸ ਸ਼ਬਦ ਦੇ ਵਿੱਚ ਆਪਾਂ ਕਹਿ ਸਕਦੇ ਕਿ ਪੰਜ ਮਾਤਰਾ ਹਨ। ਹੁਣ ਆਪਾਂ ਕਰਦੇ ਗੁਰੂ ਵਰਨ। ਜਿਵੇਂ ਲਘੂ ਵਰਨ ਕਿਹੜੇ ਵਰਨ ਸੀ, ਜਿਨ੍ਹਾਂ ਨੂੰ ਉਚਾਰਨ ਤੇ ਘੱਟ ਸਮਾਂ ਲੱਗਦਾ, ਤੇ ਗੁਰੂ ਵਰਨ ਜਿਨ੍ਹਾਂ ਨੂੰ ਉਚਾਰਨ ਤੇ ਵੱਧ ਸਮਾਂ ਲੱਗਦਾ। ਜਿਵੇਂ ਜੇ ਆਪਾਂ ਇਕੱਲਾ ਕ ਉਚਾਰਨਾ ਹੋਵੇ ਤਾਂ ਕ, ਹੁਣ ਕਾ, ਖਾ, ਗਾ, ਚਾ, ਇਹ ਕੀ ਹੈ, ਇਹਨਾਂ ਨੂੰ ਉਚਾਰਨ ਤੇ ਵੱਧ ਸਮਾਂ ਲੱਗਦਾ, ਇਸ ਕਰਕੇ ਇਹ ਗੁਰੂ ਵਰਨ ਨੇ। ਬਿਹਾਰੀ ਵਾਲੇ ਜੇ ਸਿਆਰੀ ਵਾਲੇ ਉਚਾਰੇ ਤਾਂ ਕੇ, ਖੇ, ਠੀਕ ਹੈ। ਤੇ ਬਿਹਾਰੀ ਵਾਲੇ ਕੀ, ਖੀ, ਗੀ, ਚੀ, ਇਹਨਾਂ ਨੂੰ ਉਚਾਰਨ ਤੇ ਜਿਹੜਾ ਸਾਨੂੰ ਵੱਧ ਸਮਾਂ ਲੱਗਦਾ। ਇਸ ਤਰ੍ਹਾਂ ਔਂਕੜ ਵਾਲੇ ਸ਼ਬਦਾਂ ਨੂੰ ਉਚਾਰਨ ਤੇ ਘੱਟ ਸਮਾਂ ਲੱਗਦਾ। ਕੁ, ਖੂ, ਗੁ, ਇੱਥੇ ਕੂ, ਖੂ, ਗੂ, ਚੂ, ਇਹ ਦਲੈਂਕੜ ਵਾਲਿਆਂ ਨੂੰ ਉਚਾਰਨ ਤੇ ਵੱਧ ਸਮਾਂ ਲੱਗਦਾ। ਇਸੇ ਤਰ੍ਹਾਂ ਅੱਗੇ ਲਾਂ ਵਾਲੇ ਸ਼ਬਦ ਨੇ ਕੇ, ਖੇ, ਗੇ, ਚੀ। ਇਸ ਤਰ੍ਹਾਂ ਜਿਹੜੇ ਵਰਨਾਂ ਨੂੰ ਉਚਾਰਨ ਤੇ ਵੱਧ ਸਮਾਂ ਲੱਗਦਾ ਉਹ ਕੀ ਹੈ, ਗੁਰੂ ਵਰਨ। ਇਹਦੇ ਨਾਲ ਹੀ ਦੁਲਾਮਾ, ਹੂੜਾ, ਕਨੌੜਾ, ਟਿੱਪੀ, ਅਦਕ, ਇਹ ਸਾਰੇ ਗੁਰੂ ਵਰਨ ਨੇ। ਤੇ ਛੰਦ ਵਿਧਾਨ ਦੇ ਵਿੱਚ ਜਿਹੜਾ ਗੁਰੂ ਵਰਨ ਹੈ ਉਹ ਦੋ ਮਾਤਰਾ ਦੇ ਬਰਾਬਰ ਹੁੰਦਾ ਹੈ। ਜਿਵੇਂ ਲਘੂ ਵਰਨ ਇੱਕ ਮਾਤਰਾ ਦੇ ਬਰਾਬਰ ਹੁੰਦਾ, ਲਘੂ ਇੱਕ ਮਾਤਰਾ ਦੇ, ਲਘੂ ਵਰਨ ਇੱਕ ਮਾਤਰਾ ਦੇ ਬਰਾਬਰ ਹੁੰਦਾ, ਤੇ ਗੁਰੂ ਵਰਨ ਦੋ ਮਾਤਰਾ ਦੇ। ਲਘੂ ਵਰਨ ਨੂੰ ਆਪਾਂ ਸਿੱਧੀ ਖੜੀ ਰੇਖਾ ਦੇ ਨਾਲ ਚਿੰਨ੍ਹਿਤ ਕਰਦੇ ਹਾਂ, ਤੇ ਜਿਹੜਾ ਗੁਰੂ ਵਰਨ ਹੈ ਇਹਨੂੰ ਚਿੰਨ੍ਹਿਤ ਕਰਨ ਦੇ ਲਈ ਅੰਗਰੇਜ਼ੀ ਦੇ ਅੱਖਰ ਐਸ ਵਰਗਾ ਜਿਹੜਾ ਇਹ ਚਿੰਨ੍ਹ ਉਹ ਵਰਤਿਆ ਜਾਂਦਾ ਹੈ। ਹੁਣ ਆਪਾਂ ਦੇਖਦੇ ਹਾਂ ਕੌਮੀ। ਜਿਸ ਤਰ੍ਹਾਂ ਕੌਮੀ ਹੈ, ਕੌਮੀ, ਠੀਕ ਹੈ। ਹੁਣ ਇੱਥੇ ਕਨੌੜਾ, ਇਹ ਵੀ ਆਪਾਂ ਨੂੰ ਪਤਾ ਹੈ ਵੀ ਗੁਰੂ ਵਰਨ ਹੈ ਤੇ ਇਸ ਲਈ ਇਹ ਚਿੰਨ੍ਹ ਵਰਤੇ। ਇਸ ਤਰ੍ਹਾਂ ਬਿਹਾਰੀ ਵੀ ਗੁਰੂ ਵਰਨ ਹੈ ਤੇ ਇਹਦੇ ਲਈ ਆਪਾਂ ਇਹ ਚਿੰਨ੍ਹ ਵਰਤਿਆ। ਤੇ ਇਹਨਾਂ ਦੋਨੇ ਜਿਹੜੇ ਇੱਕ ਜਿਹੜਾ ਗੁਰੂ ਵਰਨ ਹੈ ਉਹਦੀ ਦੋ ਮਾਤਰਾ ਹੈ, ਤੇ ਕੁੱਲ 2 + 2 ਇਸ ਕੌਮੀ ਸ਼ਬਦ ਦੇ ਵਿੱਚ ਕੁੱਲ 4 ਮਾਤਰਾ ਆ ਗਿਆ। ਇਸੇ ਤਰ੍ਹਾਂ ਸ਼ਬਦ ਸਾਰ ਹੈ, ਇਹਨੂੰ ਵੀ ਕਰਨਾ ਹੈ, ਇਹਨੂੰ ਵੀ ਕਰਨਾ ਹੈ, ਯਾਨੀ ਕਿ ਇਹ ਦੋਨੇ ਕੀ ਹੈ, ਗੁਰੂ ਵਰਨ ਨੇ, ਤੇ ਕੁੱਲ
चार ਜਿਹੜੀਆਂ ਮਾਤਰਾ ਇਹਦੇ ਵਿੱਚ ਆ ਗਈਆਂ। इस तरह तो बी आ ये तीनों ही गुरु ने ते एक गुरु दे विच दो मात्रा ते कुल 6 मात्रा हो गया। इत्थे आ दे आ कन्ने नाल उत्ते बिंदी है, ठीक है। बिंदी आम तौर ते गुरु वर्ण नाल बिंदी आम तौर ते गुरु वर्ण नाल लगदी है, इसकी मात्रा नहीं गिनी जाती। हाँ जेकर बिंदी लघु लगा नाल लगे तां जिहड़ी मात्रा हो गिनी जाती है। इस तो अगे आपां गल करते हैं तुक। तुक किहनूं कहंदे आ? जिहड़ी आपां आम भाषा दे विच आपां लाइन शब्द वरतदे भी कविता दी लाइन है, तां जिहड़ी छंदाबंदी दी जां काव्यिक भाषा दे विच लाइन दी थां ते की शब्द वरते जांदा है? तुक वरते जांदा है। आम भाषा दे विच आपां लाइन शब्द वरतदे आ। काव्य भाषा दे विच सतर जां पंक्ति भी कह लैंदे ते इहनूं जिहड़ा छंदाबंदी दे विच इहनूं तुक जिहड़ा हो कहा जाता है। जिवें दिल विच तपश थलां दी गर्मी आन फिराक करन जानी, जिथे डंडी लग गई उत्थे आपां एक तुक मनदे आ भी यह एडी जिहड़ी एक तुक आ। पूर्ण विश्राम डंडी ते आउंदा है, ये एक तुक है। इस तरह इस पैरे दे विच कुल 4 तुकां ने, ठीक है। यह 4 तुकां हन। गण छंद शास्त्र विच अखरां जां मात्रा दे जिहड़ा जोड़ नूं समूह नूं गण आखदे हन। गण जिहड़े 8 गण मन्ने गए, जगन मगन तगन गगन जगन पगन नगन ते सगन। चरण चरण का अर्थ तां आम भाषा दे विच पैर हुंदा, जिवें आपां कहने चरनी पैन है, ठीक है। पर छंदाबंदी विच कविता दी तुक ते जिथे ठहराव आउंदा है, तुक दे उस हिस्से नूं चरण कहा जाता है। जिस तरह आपां ये सतर पढ़दे आ, सगल द्वार को छाड़ कै गहो द्वारो द्वार। आपां कै ते देखो ठहराव आउंदा है, ठीक है, ते दूजा ठहराव द्वार ते आउंदा है। इस तरह इत्थे 2 चरण हैं। उस तो अगे है तुकांत। तुकांत की हुंदा है? तुक प्लस अंत दे मेल तो बने शब्द नूं की कहंदे आ? तुकांत। तुक प्लस अंत की हो गया? तुकांत। तुकांत भाव की है? किसी भी जिहड़ी तुक दा आखिरी शब्द है उहनूं कहंदे आ तुकांत। ये तुकांत मेल भी हो सकता अते बेमेल भी हो सकता है। जिमें आपां उपरली उदाहरण च वेखदे हां, देखो इत्थे की है? ए तुक है, 4 तुक है, इन्हां दे तुकांत यानी कि तुक दा आखिरी शब्द रंजानी पानी बिहानी निमाणी। रंजानी च आनी शब्दांश होंदा, ठीक है। पानी च आनी, बिहानी च आनी, निमाणी च आनी। इन्हां दे विच की आनी शब्दांश की जिहड़ी सांझ है, जो उन्हां ते आपां पानी की थां ते जल कर दिंदे, ठीक है, जल लिख दिए, ताकि यह जिहड़ी तुकांत मेल होना सी नहीं होना सी। तुकांत मेल दे नाल ही जिहड़ी आपां कहने आ भी कविता दे विच जिहड़ी एक सुर लय ताल आ जिहड़ी वो बनदी है। जिवें इत्थे लिखिआ रंजानी पानी बिहानी निवाणी, ये शब्द है, यह तुकांत मेल उपरली कविता दे विच हो रहा सी। उस तो अगे विश्राम। छंद की तुक का उचारण कर समय जिथे विराम जां ठहराव होवे उसनूं विश्राम कहते हैं। जिथे आपां रुकदे हां बोलदे होए, ठीक है, उहनूं आपां विश्राम कहने आ। इन्हां नूं जिवें कौमा विश्राम चिन्ह राहीं, ठीक है, जां जिहड़ा पूर्ण विश्राम नूं डंडी दे राहीं जिहड़ा निखेड़िया जांदा है। अगों है तुकांग। एक आपां पढ़िया तुकांत। तुकांत की है? तुक दा तुक प्लस अंत, तुक दा आखिरी शब्द। एक है तुकांग। तुकांग की है? तुक प्लस अंग तो बने। एक है तुक दा हिस्सा, ठीक है। एक कहते तुक प्लस अंग दे समेल तो बनया है। विश्राम चिन्ह लगन नाल तुक दे जो भाग बनते उन्होंने की कहा जाता है? तुकांग है वो कहा जाता है। जिवें आपां उपरले उदाहरण वेखदे हां, इत्थे जिवें किचरक नैन करन दिलवरियां चोण लवा विच पानी। हुण पूर्ण विश्राम इत्थे है, इत्थे कौमा लग गया, ठहराव है। हुण एक इहदा हिस्सा तुक दा है ते एक है, यानी कि इस तुक दे 2 हिस्से ने, 2 जिहड़े इह तुकांग ने। छंद दियां किस्मां। छंद दे 3 किस्मां ने, वर्णिक छंद, मात्रिक छंद ते गणिक छंद। वर्णिक छंदां विच केवल वर्णां जां अखरां दी गिनती कीती जांदी है ते तुहाडे सिलेबस दे विच भी कविता ते कोरड़ा ये दोनों क्या वर्णिक छंद हैं। मात्रिक छंद विच नाम तो ही स्पष्ट है कि मात्रा की गिनती की जाती है, ठीक है।
ਜਿਹੜੇ ਵਰਨਾਂ ਜਾਂ ਅੱਖਰਾਂ ਦੀ ਗਿਣਤੀ ਮਿਣਤੀ ਜਿਹੜੇ ਉਹ ਘੱਟ ਵੱਧ ਹੋ ਸਕਦੇ ਆ, ਪਰ ਮਾਤਰਾ ਦੀ ਜਿਹੜੀ ਗਿਣਤੀ ਆ ਉਹ ਇਹਦੇ ਵਿੱਚ ਕੀਤੀ ਜਾਂਦੀ ਹੈ। ਦੋਹਰਾ, ਸੋਠਾ, ਠੀਕ ਹੈ। ਇਸ ਤੋਂ ਇਲਾਵਾ ਬੈਂਤ, ਚੌਪਈ, ਦਵਈਆ, ਇਹ ਸਾਰੇ ਕੀ ਹੈ ਮਾਤਰਿਕ ਛੰਦ ਹਨ। ਤੀਜੀ ਕਿਸਮ ਗਣਿਕ ਛੰਦ ਹੈ, ਤੇ ਗਣਿਕ ਛੰਦ ਵਿੱਚ ਜਿਹੜਾ ਗਣਾਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਪਰ ਤੁਹਾਡੇ ਸਿਲੇਬਸ ਦੇ ਵਿੱਚ ਜਿਹੜੇ ਵਰਨਿਕ ਤੇ ਮਾਤਰਿਕ ਛੰਦ ਦੀਆਂ ਹੀ ਕਿਸਮਾਂ ਜਿਹੜੇ ਤੁਹਾਨੂੰ ਦਿੱਤੀਆਂ ਗਈਆਂ ਨੇ। ਕਈ ਵਾਰ ਛੋਟਾ ਪ੍ਰਸ਼ਨ ਪੁੱਛ ਲੈਂਦੇ ਆ ਕਿ ਜੀ ਦੱਸੋ ਛੰਦ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ, ਤਾਂ ਆਮ ਤੌਰ 'ਤੇ ਆਪਾਂ ਕੀ ਉੱਤਰ ਦੇਣਾ ਫਿਰ ਤਾਂ ਛੰਦ ਦੀਆਂ 3 ਕਿਸਮਾਂ ਹੁੰਦੀਆਂ, ਵਰਨਿਕ ਛੰਦ, ਮਾਤਰਿਕ ਛੰਦ ਤੇ ਗਣਿਕ ਛੰਦ। ਕਈ ਵਾਰ ਬੱਚੇ ਕੀ ਗਲਤੀ ਕਰਦੇ ਆ, ਉੱਥੇ ਉਹ ਕਿਸਮਾਂ ਜਿਹੜੀਆਂ ਜਿਵੇਂ ਕੋੜਾ, ਕਵਿਤ, ਬੈਂਤ, ਚੌਪਈ ਇੱਦਾਂ ਲਿਖਿਆ, ਤੇ ਉਹ ਉਹਨਾਂ ਦਾ ਜਿਹੜਾ ਉੱਤਰ ਉਹ ਗਲਤ ਹੋ ਜਾਂਦਾ। ਹੁਣ ਆਪਾਂ ਗੱਲ ਕਰਦੇ ਹਾਂ ਇੱਥੇ ਕਵਿਤ ਛੰਦ ਦੀ। ਕਵਿਤ ਛੰਦ ਇਹ ਹੁਣ ਕੁਝ ਛੰਦਾਂ ਦੀਆਂ ਜਿਹੜੀਆਂ ਕਿਸਮਾਂ ਦੇ ਕੇ ਉਹਨਾਂ ਬਾਰੇ ਜਿਹੜਾ ਇੱਥੇ ਦੱਸਿਆ ਗਿਆ। ਪਹਿਲਾ ਹੈ ਕਵਿਤ ਛੰਦ। ਕਵਿਤ ਇੱਕ ਵਰਨਿਕ ਛੰਦ, ਜਿਵੇਂ ਆਪਾਂ ਪਿੱਛੇ ਪੜ੍ਹ ਕੇ ਆਏ, ਕਵਿਤ ਕੀ ਇੱਕ ਵਰਨਿਕ ਛੰਦ ਹੈ। ਇਸ ਵਿੱਚ ਚਾਰ ਲੰਮੀਆਂ ਤੁਕਾਂ ਹੁੰਦੀਆਂ ਹਨ। ਹਰ ਤੁਕ ਵਿੱਚ 4 ਵਿਸ਼ਰਾਮ ਹੁੰਦੇ ਹਨ, ਜਾਂ ਇਸ ਤਰ੍ਹਾਂ ਕਹਿ ਲਓ ਕਿ ਹਰ ਤੁਕ ਦੇ 2 ਚਰਨ ਹੁੰਦੇ ਹਨ ਤੇ ਹਰ ਚਰਨ ਵਿੱਚ 2 ਜਿਹੜੇ ਵਿਸ਼ਰਾਮ ਉਹ ਹੁੰਦੇ ਹਨ। ਹਰ ਤੁਕ ਦੇ 4 ਵਿਸ਼ਰਾਮਾਂ ਨੂੰ ਤੁਕਾਂਗ ਕਹਿ ਸਕਦੇ ਹਾਂ ਕਿ 4 ਲੰਮੀਆਂ ਤੁਕ ਹੈ, ਠੀਕ ਹੈ, ਤੇ ਅੱਗੋਂ ਉਹਨਾਂ ਦੇ ਵਿੱਚ ਜਿਹੜੇ 2-2 ਚਰਨ ਹੈ ਤੇ ਹਰ ਚਰਨ ਦੇ ਵਿੱਚ ਅੱਗੋਂ 2 ਵਿਸ਼ਰਾਮ ਹੈ, ਤੇ ਇਸ ਤਰ੍ਹਾਂ ਇਹਦੇ ਜਿਹੜੇ 4 ਤੁਕਾਂਗ ਨੇ, ਯਾਨੀ ਕਿ ਲੰਮੀ ਤੁਕ ਹੈ, ਜਿਸ ਤਰ੍ਹਾਂ ਇੱਥੇ ਵਿਸ਼ਰਾਮ ਹੋਵੇ, ਇੱਥੇ ਵਿਸ਼ਰਾਮ ਹੋਵੇ, ਫਿਰ ਇੱਥੇ ਵਿਸ਼ਰਾਮ ਹੋਵੇ, ਇੱਥੇ ਡੰਡੀ ਆ, ਇਹਦੇ ਜਿਹੜੇ 4 ਅੰਗ ਹੋ ਗਏ। ਹਰੇਕ ਤੁਕ ਦੇ 4 ਤੁਕਾਂਗਾਂ ਵਿੱਚੋਂ ਪਹਿਲੇ 3 ਤੁਕਾਂਗਾਂ ਵਿੱਚ 8-8 ਵਰਨਾਂ ਦਾ ਵਿਧਾਨ ਹੁੰਦਾ ਹੈ, ਤੇ ਚੌਥੇ ਤੁਕਾਂਗ ਵਿੱਚ 7 ਜਾਂ ਕਈ ਵਾਰੀ 8 ਵਰਨ ਹੁੰਦੇ ਹਨ। ਅਰਥਾਤ ਹਰ ਤੁਕ ਵਿੱਚ 31 ਜਾਂ 32 ਵਰਨ ਹੁੰਦੇ ਹਨ। ਤੁਕਾਂਤ ਮੇਲ ਚਾਰੋਂ ਤੁਕਾਂ ਦਾ ਸਮਾਨ ਰੂਪ ਵਿੱਚ ਹੁੰਦਾ ਹੈ। ਤੇ ਕਵਿਤ ਛੰਦ ਹੈ ਜਿਹੜਾ ਮਾਲਵੇ ਦੀ ਕਵਿਸ਼ਰੀ ਵਿੱਚ ਬਹੁਤ ਪ੍ਰਚਲਿਤ ਰਿਹਾ ਹੈ। ਇਹ ਉਦਾਹਰਨ ਦਿੱਤੀ ਹੈ, ਦੇਖੋ ਇੱਥੇ ਆਪਾਂ ਪੜ੍ਹਿਆ ਕਿ 4 ਲੰਮੀਆਂ ਤੁਕਾਂ ਹੁੰਦੀਆਂ। ਦੇਖੋ ਪਹਿਲੀ ਤੁਕ ਇੱਥੇ ਖਤਮ ਹੁੰਦੀ ਹੈ, ਦੂਜੀ ਇੱਥੇ, ਤੀਜੀ ਤੇ ਚੌਥੀ, ਇਹ ਜਿਹੜੀਆਂ ਤੁਕ ਹੈ। ਪਿੱਛੇ ਜਿਹੜੀ ਉਦਾਹਰਨ ਦੇਖੀ ਸੀ ਉੱਥੇ ਸਿਰਫ ਇਹ ਇੱਥੋਂ ਲੈ ਕੇ ਇੰਨੀ ਹੀ ਜਿਹੜੀ ਤੁਕ ਸੀ, ਠੀਕ ਹੈ। ਇਹਨੇ ਇਸ ਲਈ ਆਪਾਂ ਕਹਿੰਦੇ ਵੀ ਇਹਦੇ 4 ਹਿੱਸੇ ਨੇ, ਉੱਥੇ ਤੁਕ ਦੇ ਕਿੰਨੇ ਹਿੱਸੇ 2, ਇੱਥੇ 4 ਹੈ, ਇਸ ਕਰਕੇ ਆਪਾਂ ਕਹਿੰਦੇ ਲੰਮੀਆਂ ਤੁਕ ਹੈ। ਹੁਣ ਆਪਾਂ ਦੇਖਦੇ ਹਾਂ ਕਿ ਇਹਦੇ ਵਿੱਚ ਅੱਗੋਂ 4 ਇਹਦੇ ਤੁਕਾਂਗ ਨੇ। ਦੇਖੋ ਪਹਿਲਾ, ਦੂਜਾ, ਤੀਜਾ ਤੇ ਚੌਥਾ, ਠੀਕ ਹੈ, ਇਹ 4 ਤੁਕਾਂਗ ਹਨ। ਹੁਣ ਆਪਾਂ ਕੀ ਕਿਹਾ, ਹਰ ਤੁਕ ਵਿੱਚ 31 ਜਾਂ 32 ਵਰਨ ਹੁੰਦੇ ਹਨ। ਹੁਣ ਤੁਸੀਂ ਕਿਸੇ ਵੀ ਤੁਕ ਨੂੰ ਲੈ ਕੇ ਜੇ ਉਹਦੇ ਵਿੱਚ ਵਰਨਾਂ ਦੀ ਗਿਣਤੀ ਕਰੋਗੇ ਤਾਂ ਤੁਹਾਨੂੰ 31 ਜਾਂ 32 ਵਰਨ ਹੀ ਮਿਲਣਗੇ। ਜਿਵੇਂ ਆਪਾਂ ਦੂਜੀ ਤੁਕ ਦੇ ਵਿੱਚ ਗਿਣਦੇ ਹਾਂ, ਵਰਨ ਗਿਣਨੇ ਇਕੱਲੇ, ਠੀਕ ਹੈ, 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 ਤੇ 31, ਠੀਕ ਹੈ। ਇਸ ਤਰ੍ਹਾਂ ਜੇ ਤੁਸੀਂ ਇਹਨਾਂ ਤੁਕਾਂ ਨੂੰ ਵੀ ਗਿਣੋਗੇ ਤਾਂ ਤੁਹਾਨੂੰ ਇਹਨਾਂ ਵਿੱਚ ਜਿਹੜੇ 31 ਵਰਨ ਹੀ ਮਿਲਣਗੇ। ਇਹ ਤਾਂ ਆਪਾਂ ਦੇਖ ਲਿਆ ਕਿ ਹਰ ਤੁਕ ਵਿੱਚ ਕਿੰਨੇ ਵਰਨ ਨੇ, 31 ਵਰਨ ਨੇ। ਹੁਣ ਕਿਹਾ ਕਿ ਜਿਹੜਾ ਵਿਸ਼ਰਾਮ ਹੈ ਉਹ 8 + 8 + 8 + 7 ਤੇ ਜਾਂ 8 + 8 + 8 + 8 ਜਿਹੜੇ ਹੁੰਦਾ। ਹੁਣ ਆਪਾਂ ਦੇਖਦੇ, ਦੇਖੋ ਪਹਿਲੇ ਦੇ ਵਿੱਚ 1 2 3 4 5 6 7 8 8 ਵਰਨ ਹੋ ਗਏ। 1 2 3 4 5 6 7 8 8 ਵਰਨ ਹੋ ਗਏ। 1 2 3 4 5 6 7 8 ਹੋ ਗਏ। 1 2 3 4 5 6 7, ਠੀਕ ਹੈ। ਇਹ ਹੋ ਗਈ 8 + 8 + 8 + 7 = 31। ਐਸੇ ਤਰ੍ਹਾਂ ਜੇ ਤੁਸੀਂ ਬਾਕੀ ਜਿਹੜੀਆਂ ਤੁਕਾਂ ਦੇ ਵਿੱਚ ਵੀ ਦੇਖੋਗੇ ਤਾਂ ਤੁਹਾਨੂੰ ਇਹੀ ਵਿਧਾਨ ਹੈ ਜਿਹੜਾ ਉਹ ਮਿਲੇਗਾ। ਇਹ ਹੈ ਕਵਿਤ ਛੰਦ। ਇਹ ਜਿਹੜੀ ਉਦਾਹਰਨ ਹੈ ਉਹ 32 ਵਰਨਾਂ ਦੀ ਦਿੱਤੀ ਹੋਈ ਹੈ, ਜਿਸ ਤਰ੍ਹਾਂ 1 2 3 4 5 6 7 8 1 2 3 4 5 6 7 8 3 4 6 2 8 3 3 6 2 8। ਇਹ ਹੋ ਗਿਆ 8 + 8 + 8 + 8 = 32। ਬਾਕੀ ਜੇ ਤੁਸੀਂ ਗਿਣੋਗੇ ਤਾਂ ਤੁਹਾਨੂੰ ਇਸੇ ਤਰ੍ਹਾਂ ਦਾ ਹੀ ਜਿਹੜਾ ਵਿਧਾਨ ਆ ਉਹ ਨਜ਼ਰ ਪਵੇਗਾ। ਇਹ ਅਸੀਂ ਆਪਾਂ ਪੜ੍ਹਿਆ ਕਵਿਤ ਛੰਦ। ਕੋਰੜਾ ਛੰਦ।
कोरड़ा निरोल पंजाबी छंद है। पंजाबी छंद भाव कई बार आप छंद किसी होर भाषा तो लए हुंदे आ, ये जिहड़ा निरोल पंजाबी भाषा का अपना जिहड़ा छंद है। कोड़ा का अर्थ चाबक है, इसनूं हिंदू उर्दू विच कोड़ा भी कहा जाता है। कोरड़ा भी एक वर्णिक छंद है। इस तरह जिवें आपां कविता च पढ़िया कि वर्णिक छंद विच वर्ण गिणे जाते हैं, तो इसकी पछाण करने के लिए भी जिहड़े वर्ण आ वो गिणे जाते हैं। कोरड़ा छंद दे विच तुकां दी कोई पाबंदी नहीं, दो तुकां तो लैके अगे किन्नियां भी तुकां रखिया जा सकदियां। जिवें आपां कविता च पढ़िया कि 4 लंबियां तुकां होंदियां, पर कोरड़ा छंद दे विच 2 तुकां तो लैके अगे किन्नियां भी जिहड़ियां तुकां हो रखिया जा सकदियां हन। पर कोरड़ा छंद विच भी आम तौर ते 4 तुकां दा ही जुट हुंदा है। हुण आपां अगे देखदे हां कि उत्थे भी आपां पढ़िया सी कविता दे विच कि 4 तुकां हुंदियां, अगों एक तुक दे विच किन्ने वर्ण हुंदे, उत्थे आपां पढ़िया सी कविता दे विच आपां किन्ने पढ़े आ 31 जां 32। ते कोरड़ा दे विच हुण आपां देखदे भी एक तुक दे विच किन्ने वर्ण हुंदे आ 13 जां 14, 13 जां 14 वर्ण हुंदे। कविता दे विच आपां देखिया सी भी 8 + 8 + 8 + 7 जां 8 + 8 + 8 + 8। कविता दे विच ये 32 जे 31 जां 32 वर्ण हुंदे। ठीक है, हुण कोरड़ा दे विच क्योंकि कोरड़ा दे विच किन्ने 13 जां 14। ठीक है, तो इत्थे जिहड़ा विश्राम आ 6 + 7 जां 7 + 7 ते हुंदा है। तुक दे अंत विच जिहड़ा तुकांत मेल है वह हुंदा है। कोरड़ा मलवई बोली का जिहड़ा हरमन प्यारा छंद है, तो यह भी मालवे की कविश्री दे विच जिहड़ा बहुत ज़्यादा वरतिया गया है। यह हुण आपां जिहड़ी इहदी एक उदाहरण देखते हैं। इत्थे भी आपां क्योंकि वर्णिक छंद सिर्फ आपां वर्णां की जिहड़ी गिनती करनी है 1 2 3 4 5 6 7 8 9 10 11 12 13, देखो कुल 13 वर्ण है। हुण जे आपां पढ़ीए इहनूं किवें पढ़ांगे आपां, चढ़िया जो दुल्ला अगे होनी आमदी, दुल्ला दुल्ला नाम लैके सी बुलाम दी, कंडियां दावे मैं रखिया भराए के, दुल्लिया वे टोकरा चुकाई आए के। हुण 2 ते 2 4 ते 2 6, 1 2 3 ते 4 7। ठीक है, 3 ते 3 6, 3 ते 3 6 ते 1 7, 3 ते 3 6 ते 1 7, 3 ते 3 6। इत्थे थोड़ा फर्क है, फिर 19 का थोड़ा बहुता फर्क है जिहड़ा वो हो सकता है, पर आम तौर पर जिहड़ा जे वर्णिक छंद तो उहदे विच हर तुक दे विच उन्ने ही वर्ण होणगे जिन्ने उस छंद का विधान है उहदे अनुसार। तो जे मात्रिक छंद है तो उस छंद के अनुसार ही उहदे विच जिहड़ियां मात्रावां होणगियां। आपां पढ़िया कि छंद की है वर्णा जां मात्रा की खास प्योंत जिहदे नाल सुर ताल पैदा हुंदा है। तो यही जिहड़ी छंद दे विच जिहड़ी वर्णा ते मात्रा की खास प्योंत है कि जो किसी छंद का विधान है तो उहदे अनुसार ही वर्ण जां मात्रा की गिनती उहदे विच हुंदी है। हुण आपां कहंदे तुकांत मेल, देखो इत्थे की है आम दी बुलाम दी, ठीक है, भराए के आए के। जिहड़ा तुकांत मेल है 4 तुकां दा भी हो सकदा है, पहलियां 2 दा भी हो सकदा है, ठीक है, पहली ते दूजी दा हो सकदा है, तीजी ते चौथी दा हो सकदा है, जां पहली तुक दा तीजी नाल हो सकदा है ते दूजी दा चौथी नाल हो सकदा है। ये किसी तरह भी जिहड़ा तुकांत मेल आ हो सकदा है। इहदे विच की है कोरड़ा दे विच पहली तो दूजी दा, तीजी ते चौथी दा, ये अलग अलग छंद के विधान के अनुसार जिहड़ा तुकांत मेल आ हुंदा है। अगली वीडियो विच आपां मात्रिक छंद बारे पढ़ांगे। वीडियो देखण लई बहुत बहुत धन्नवाद।